ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਅੱਜ ਦੀ ਕਹਾਣੀ ਵਿੱਚ ਖਾਸ ਸਬਕ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਇਸ ਕਰਕੇ ਅੰਤ ਤੱਕ ਸਾਡੇ ਨਾਲ ਬਣੇ ਰਿਹਾ ਜੀ। ਪੁਰਾਣੇ ਵੇਲਿਆਂ ਦੀ ਗੱਲ ਹੈ, ਉੱਤਰਾਂਚਲ ਦੇ ਪਹਾੜਾਂ ਵਿੱਚ ਇੱਕ ਪਿੰਡ ਸੀ। ਪਿੰਡ ਦਾ ਨਾਮ ਸੀ ਜਵੜਪੁਰਾ। ਉੱਥੇ ਇੱਕ ਬਹੁਤ ਹੀ ਸੂਝਵਾਨ ਸਿਆਣਾ ਜ਼ਹੀਨ ਪੰਡਤ ਰਹਿੰਦਾ ਸੀ। ਪੰਡਤ ਦਾ ਨਾਮ ਗਿਆਨਨਾਥ ਸੀ। ਸਧਾਰਨ ਪਰਿਵਾਰ ਤੋਂ ਸੀ। ਆਪਣੇ ਕੰਮਕਾਰ ਦੇ ਲਈ ਰੋਜ਼ ਜੰਗਲਾਂ ਦੇ ਵਿੱਚ ਜਾਂਦਾ, ਉੱਥੋਂ ਲੱਕੜਾਂ ਦਾ ਕੰਮ ਵੀ ਕਦੇ ਕਰ ਲਿਆਉਂਦਾ। ਉਸਨੇ ਪਸ਼ੂ ਵੀ ਰੱਖੇ ਹੋਏ ਸਨ, ਪਸ਼ੂਆਂ ਨੂੰ ਚਾਰਾ ਪਾਣੀ ਪਾ ਦਿੰਦਾ, ਉਹਨਾਂ ਦੇ ਦੁੱਧ ਤੋਂ ਵੀ ਕੋਈ ਕਮਾਈ ਕਰਦਾ। ਲਾਲਚੀ ਬਿਲਕੁਲ ਨਹੀਂ ਸੀ, ਪਰਮਾਤਮਾ ਦਾ ਭੈ ਮੰਨਣ ਵਾਲਾ ਸੀ, ਪਰਮਾਤਮਾ ਦਾ ਡਰ ਮੰਨਣ ਵਾਲਾ ਸੀ, ਬਹੁਤ ਖਿਆਲ ਰੱਖਦਾ ਸੀ, ਭਗਤੀ ਕਰਦਾ ਸੀ, ਪਰਮਾਤਮਾ ਦੀ ਉਸਤਤ ਕਰਦਾ ਸੀ। ਉਸ ਨੂੰ ਘਰ ਵਾਲੀ ਵੀ ਬਹੁਤ ਸਿਆਣੀ ਮਿਲੀ, ਬਹੁਤ ਸੰਸਕਾਰੀ। ਜਿਵੇਂ ਉਸ ਪੰਡਤ ਨੇ ਕਿਹਾ ਕਰਨਾ, ਉਸਨੇ ਹਰ ਇੱਕ ਗੱਲ ਮੰਨਿਆ ਕਰਨੀ। ਉਹ ਵੀ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਵਾਲੀ ਔਰਤ ਸੀ। ਉਹਨਾਂ ਦੀ ਜ਼ਿੰਦਗੀ ਬਿਲਕੁਲ ਠੀਕ ਚੱਲ ਰਹੀ ਸੀ, ਪਰ ਉਹ ਬਹੁਤੇ ਅਮੀਰ ਨਹੀਂ ਸਨ। ਆਈ ਚਲਾਈ ਹੁੰਦੀ ਸੀ, ਗੁਜ਼ਾਰਾ ਹੁੰਦਾ ਸੀ। ਪਰਮਾਤਮਾ ਨੇ ਉਹਨਾਂ ਤੇ ਕਿਰਪਾ ਕੀਤੀ। ਉਹਨਾਂ ਦੇ ਘਰ 3 ਪੁੱਤਰ ਹੋਏ। ਸਭ ਤੋਂ ਵੱਡਾ ਪੁੱਤਰ ਸੀ ਜੋ ਉਸਦਾ ਨਾਮ ਕਰਮਨ ਸੀ। 2 ਸਾਲਾਂ ਬਾਅਦ ਦੂਸਰਾ ਪੁੱਤਰ ਹੋਇਆ, ਜਿਸ ਦਾ ਨਾਮ ਬ੍ਰਿਜ ਰੱਖਿਆ ਗਿਆ, ਤੇ 2 ਸਾਲਾਂ ਬਾਅਦ ਇੱਕ ਹੋਰ ਪੁੱਤਰ ਹੋਇਆ, ਉਸਦਾ ਨਾਮ ਅਨੰਤ ਰੱਖਿਆ ਗਿਆ। ਹੁਣ ਜਿਹੜਾ ਪੰਡਿਤ ਸੀ ਗਿਆਨਨਾਥ, ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਪੁੱਤਰ ਮੇਰੇ ਘਰ ਦੀ ਗਰੀਬੀ ਧੋ ਦੇਣਗੇ। ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸੰਜੋਇਆ ਕਰਦੇ ਗਿਆਨਨਾਥ ਤੇ ਉਸਦੀ ਘਰਵਾਲੀ। ਕਦੀ ਸੋਚਦੇ ਕਿ ਇੱਕ ਪੁੱਤਰ ਨੂੰ ਆਹ ਕਾਰੋਬਾਰ ਕਰਵਾ ਦਿਆਂਗੇ, ਦੂਸਰੇ ਨੂੰ ਇਹ, ਤੇ ਤੀਸਰੇ ਨੂੰ ਉਹ। ਪਰ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੈ, ਉਸ ਦੇ ਅੱਗੇ ਜਿੰਨੀਆਂ ਵੀ ਇਨਸਾਨ ਘਾੜਤਾਂ ਕੱਢ ਲਵੇ, ਉਹ ਘੜੀਆਂ ਕਢਾਈਆਂ ਰਹਿ ਜਾਂਦੀਆਂ ਹੈ। ਬਿਲਕੁਲ ਇਸੇ ਤਰ੍ਹਾਂ ਪੰਡਤ ਗਿਆਨਨਾਥ ਨਾਲ ਹੋਇਆ। ਉਸ ਨਾਲ ਐਸੀ ਘਟਨਾ ਵਾਪਰੀ ਕਿ ਇੱਕ ਦਿਨ ਆਪਣੇ ਪਸ਼ੂਆਂ ਲਈ ਚਾਰਾ ਲੈਣ ਗਿਆ ਜੰਗਲ ਵੱਲ, ਪਰ ਉੱਥੋਂ ਵਾਪਸ ਨਹੀਂ ਪਰਤਿਆ। ਵਾਪਸ ਆਈ ਤੇ ਉਸਦੀ ਲਾਸ਼। ਸਾਰਾ ਨਗਰ ਸੋਗ ਦੇ ਵਿੱਚ ਡੁੱਬ ਗਿਆ। ਉਸਦੀ ਘਰਵਾਲੀ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਇੱਕੋ ਇੱਕ ਕਮਾਊ ਬੰਦਾ ਸੀ ਕਰਦਾ, ਤੇ ਉਹ ਵੀ ਜਹਾਨੋਂ ਰੁਖਸਤ ਹੋ ਗਿਆ। ਪਰ ਉਸਦੀ ਘਰਵਾਲੀ ਨੇ ਹਿੰਮਤ ਨਹੀਂ ਹਾਰੀ। ਉਸਦੇ ਵਿਰਾਗ ਵਿੱਚ, ਉਸਦੇ ਦੁੱਖ ਵਿੱਚ ਉਹ ਰੋਂਦੀ ਤਾਂ ਰਹਿੰਦੀ, ਪਰ ਉਸਨੇ ਇੱਕ ਚੀਜ਼ ਠਾਣ ਰੱਖੀ ਸੀ ਕਿ ਕਰਮਨ, ਬ੍ਰਿਜ ਤੇ ਅਨੰਤ ਨੂੰ ਇਹ ਮਹਿਸੂਸ ਨਾ ਹੋਂਦਿਆਂ ਕਿ ਉਹਨਾਂ ਦਾ ਪਿਓ ਜਹਾਨੋਂ ਰੁਖਸਤ ਹੋ ਗਿਆ ਹੈ। ਇਹ ਨਾ ਹੋਵੇ ਕਿ ਮੇਰੇ ਬੱਚੇ ਦਰ ਦੀਆਂ ਠੋਕਰਾਂ ਖਾਂਦੇ ਫਿਰਨ। ਇਹ ਨਾ ਹੋਵੇ ਕਿ 2 ਵੇਲੇ ਦੀ ਰੋਟੀ ਨਾ ਇਹਨਾਂ ਨੂੰ ਜੁੜੇ। ਸਮਾਂ ਪੈਂਦਾ ਗਿਆ। ਇਹ ਬੱਚੇ ਤਿੰਨੇ ਬਹੁਤ ਕਮਾਊ ਹੋਏ। ਇਹਨਾਂ ਤਿੰਨਾਂ ਦੇ ਵਿੱਚ ਪਰਮਾਤਮਾ ਦਾ ਨਾਮ ਲੈਣ ਦੀ ਆਦਤ ਉਹਨਾਂ ਦੀ ਮਾਂ ਨੇ ਬਣਵਾ ਦਿੱਤੀ। ਕਹਿੰਦੇ ਨੇ ਕਿ ਕੁਝ ਆਦਤਾਂ ਬਾਹਰੋਂ ਬਣਵਾਈਆਂ ਜਾ ਸਕਦੀਆਂ ਨੇ, ਪਰ ਜਿੰਨਾ ਚਿਰ ਇਨਸਾਨ ਦਾ ਅੰਦਰੋਂ ਖੁਦ ਅੰਦਰਲਾ ਪਾਸਾ ਸ਼ੁੱਧ ਨਾ ਹੋਵੇ, ਉਹਨਾਂ ਚਿਰ ਕਿਸੇ ਚੀਜ਼ ਦਾ ਫਾਇਦਾ ਨਹੀਂ। ਹੁਣ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਉਹਨਾਂ ਦਾ ਕਰਮਨ, ਉਹ ਬਹੁਤ ਸਾਊ ਸੀ, ਬਹੁਤ ਨੇਕ ਸੀ। ਉਹਦੇ ਮਨ ਵਿੱਚ ਦਵੈਸ਼ ਨਹੀਂ ਸੀ, ਈਰਖਾ ਨਹੀਂ ਸੀ। ਇਸੇ ਤਰੀਕੇ ਉਸਦਾ ਦੂਸਰਾ ਪੁੱਤਰ ਬ੍ਰਿਜ। ਪਰ ਛੋਟਾ ਪੁੱਤਰ ਜਿਹੜਾ ਸਭ ਤੋਂ ਛੋਟਾ ਸੀ ਅਨੰਤ, ਉਹ ਬਹੁਤ ਬੇਈਮਾਨ ਕਿਸਮ ਦਾ ਹੁੰਦਾ ਜਾ ਰਿਹਾ ਸੀ। ਉਹਦੇ ਮਨ ਵਿੱਚ ਹਮੇਸ਼ਾ ਛਲ ਕਪਟ ਚੱਲਦਾ ਰਿਹਾ ਕਰਦਾ। ਉਹਦੇ ਮਨ ਵਿੱਚ ਹਮੇਸ਼ਾ ਪੈਸੇ ਦੀ ਖਿੱਚ ਰਹਿੰਦੀ, ਪੈਸੇ ਦੀ ਭੁੱਖ ਰਹਿੰਦੀ। ਸਮਾਂ ਆਇਆ, ਉਹ ਵੱਡੇ ਹੁੰਦੇ ਗਏ, ਕਿਵੇਂ ਨਾ ਕਿਵੇਂ ਕਮਾਈਆਂ ਕਰਨ ਲੱਗੇ, ਘਰ-ਬਾਰ ਅੱਗੇ ਨਾਲੋਂ ਬਿਹਤਰ ਕਰ ਲਿਆ, ਪਰ ਇਹ ਨਹੀਂ ਸੀ ਕਹਿ ਸਕਦੇ ਕਿ ਗਰੀਬੀ ਕੱਟੀ ਗਈ। ਇੱਕ ਦਿਨ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕੋਲੇ ਸੱਦਿਆ। ਉਹ ਕਹਿਣ ਲੱਗੀ ਕਿ ਤੁਹਾਡਾ ਪਿਓ ਮਹਾਗਿਆਨੀ ਸਰਵਾਨੰਦ ਦਾ ਭਗਤ ਸੀ। ਜਦੋਂ ਉਸਨੇ ਇਸ ਜਹਾਨੋਂ ਰੁਖਸਤ ਹੋਣਾ ਸੀ, ਤਾਂ ਉਸ ਤੋਂ ਕੁਝ ਮਹੀਨੇ ਪਹਿਲਾਂ ਉਹ ਮਹਾਗਿਆਨੀ ਸਰਵਾਨੰਦ ਦੇ ਸਥਾਨ ਤੇ ਗਿਆ ਸੀ। ਸਰਵਾਨੰਦ ਨੇ ਇਹ ਕਿਹਾ ਸੀ ਕਿ ਕੱਲ ਨੂੰ ਜੇਕਰ ਤੇਰੇ ਪਰਿਵਾਰ ਤੇ ਕੋਈ ਭੀੜ ਪੈਂਦੀ ਹੈ, ਤਾਂ ਆਪਣੇ ਬੱਚਿਆਂ ਨੂੰ ਮੇਰਾ ਪਤਾ ਟਿਕਾਣਾ ਦੱਸ ਦੇਵੀਂ। ਜਦੋਂ ਉਹ ਵੱਡੇ ਹੋ ਗਏ ਤਾਂ ਇੱਕ ਵਾਰ ਮੇਰੇ ਕੋਲੇ ਜ਼ਰੂਰ ਆਉਣ। ਮੈਂ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿਆਂਗਾ। ਤੇ ਮੈਨੂੰ ਲੱਗਦਾ ਕਿ ਹੁਣ ਤੁਸੀਂ ਸੂਝ ਵਾਲੇ ਹੋ, ਹੁਣ ਤੁਸੀਂ ਅਕਲ ਵਾਲੇ ਹੋ, ਤੁਸੀਂ ਸਮਝ ਵਾਲੇ ਹੋ, ਤੇ ਇਹ ਸਹੀ ਵੇਲਾ ਹੈ। ਹੁਣ ਤੁਸੀਂ ਮਹਾਗਿਆਨੀ ਸਰਵਾਨੰਦ ਦੇ ਕੋਲ ਚਲੇ ਜਾਓ ਤੇ ਜਾ ਕੇ ਦੱਸਣਾ ਕਿ ਤੁਸੀਂ ਗਿਆਨਨਾਥ ਦੇ ਪੁੱਤਰ ਹੋ, ਤੇ ਉਹਨਾਂ ਨਾਲ ਇੱਕ ਜਿਹੜਾ ਵਾਅਦਾ ਕੀਤਾ ਸੀ, ਉਹ ਤੁਸੀਂ ਸਾਡਾ ਵਾਅਦਾ ਪੂਰਾ ਕਰ ਦਿਓ। ਤੁਸੀਂ ਕਿਹਾ ਸੀ ਕਿ ਸਾਡੀਆਂ ਸ਼ੁਭ ਇੱਛਾਵਾਂ ਪੂਰੀਆਂ ਕਰੋਗੇ, ਤੇ ਇਹ ਵੇਲਾ ਹੈ, ਹੁਣ ਸ਼ੁਭ ਇੱਛਾਵਾਂ ਪੂਰੀਆਂ ਕਰ ਦਿਓ। ਇੰਨੀ ਗੱਲ ਕਹਿ ਕੇ ਮਾਂ ਉਹਨਾਂ ਨੂੰ ਦੱਸ ਰਹੀ ਹੈ ਕਿ ਕੱਲ ਨੂੰ ਸਵੇਰ ਵੇਲੇ ਨਿਕਲ ਜਾਣਾ, ਸ਼ਾਮ ਤੱਕ ਤੁਸੀਂ ਪਹੁੰਚ ਜਾਓਗੇ। ਰਾਤ ਉਹਨਾਂ ਦੇ ਕੋਲ ਠਹਿਰਨਾ ਤੇ ਅਗਲੇ ਦਿਨ ਇਹ ਵਿਚਾਰ ਵਟਾਂਦਰਾ ਕਰਨਾ। ਇੱਛਾਵਾਂ ਪੂਰੀਆਂ ਹੋ ਗਈਆਂ ਤੇ ਤੁਰੰਤ ਵਾਪਸ ਆ ਜਾਣਾ। 2-4 ਦਿਨ ਉਹਨਾਂ ਕੋਲ ਰਹਿਣਾ ਹੋਇਆ। ਕੰਮ ਦੀਆਂ ਗੱਲਾਂ, ਗਿਆਨ ਦੀਆਂ ਗੱਲਾਂ ਸਿੱਖਣੀਆਂ ਹੋਈਆਂ, ਸੁਣਨੀਆਂ ਹੋਈਆਂ ਤਾਂ 2-4 ਦਿਨ ਰਹਿ ਲਿਓ, ਪਰ ਬਹੁਤਾ ਸਮਾਂ ਵਿਅਰਥ ਨਾ ਕਰਿਓ। ਇਹ ਨਾ ਹੋਵੇ ਕਿ ਮੈਂ ਤੁਹਾਨੂੰ ਘਰ ਉਡੀਕਦੀ ਰਹਾਂ। ਅਗਲੇ ਦਿਨ ਸਵੇਰੇ ਉਹਨਾਂ ਦੀ ਮਾਂ ਨੇ ਸਾਰਿਆਂ ਨੂੰ ਰੋਟੀਆਂ ਨਾਲ ਬੰਨ੍ਹ ਦਿੱਤੀਆਂ ਅਤੇ ਜਾਣ ਵੇਲੇ ਇੱਕ ਵਾਰ ਫਿਰ ਤੋਂ ਕਿਹਾ ਕਿ ਬਹੁਤਾ ਸਮਾਂ ਉੱਥੇ ਨਹੀਂ ਲਾਉਣਾ। ਤੇ ਇੱਕ ਗੱਲ ਉਹਨਾਂ ਨੂੰ ਭੇਜਣ ਵੇਲੇ ਉਹਨਾਂ ਦੀ ਮਾਂ ਨੂੰ ਹੋਰ ਯਾਦ ਆ ਗਈ। ਉਹਨਾਂ ਕਿਹਾ ਕਿ ਤੁਹਾਡੇ ਪਿਤਾ ਗਿਆਨਨਾਥ ਜੀ ਕਿਹਾ ਕਰਦੇ ਸੀ ਕਿ ਜਦੋਂ ਮੇਰੇ ਪੁੱਤਰ ਉੱਥੇ ਜਾਣ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਉਚੇਚੇ ਤੌਰ ਤੇ ਕਹਿਣੀ ਹੈ ਕਿ ਇੱਛਾਵਾਂ ਉਹ ਤੁਹਾਡੀਆਂ ਜ਼ਰੂਰ ਪੂਰੀਆਂ ਕਰ ਦੇਣਗੇ, ਪਰ ਲਾਲਚ ਨਹੀਂ ਕਰਨਾ। ਹੁਣ ਅੱਜ ਉਹ ਨਹੀਂ ਤਾਂ ਉਹਨਾਂ ਦੀ ਥਾਂ ਤੇ ਮੈਂ ਤੁਹਾਨੂੰ ਤਾੜਨਾ ਕਰਦੀ ਹਾਂ। ਤੁਹਾਨੂੰ ਜੋ ਵੀ ਮਿਲੇ
ਤੁਸੀਂ ਉਹ ਲੈ ਕੇ ਘਰ ਆ ਜਾਣਾ ਹੈ, ਲਾਲਚ ਨਹੀਂ ਕਰਨਾ। ਲਾਲਚ ਵਸ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਨੇ। ਤਿੰਨਾਂ ਨੇ ਗੱਲ ਸੁਣ ਲਈ ਤੇ ਆਪਣੇ ਸਫ਼ਰ ਨੂੰ ਚੱਲ ਪਏ। ਸਾਰੇ ਦਿਨ ਦਾ ਪੈਂਡਾ ਕੱਟ ਕੇ ਰਾਤ ਹੋਣ ਤੋਂ ਪਹਿਲਾਂ ਉਹ ਮਹਾਗਿਆਨੀ ਸਰਵਾਨੰਦ ਦੇ ਆਸ਼ਰਮ ਜਾ ਪਹੁੰਚੇ। ਉੱਥੇ ਉਹਨਾਂ ਦੇ ਕੁਝ ਹੋਰ ਚੇਲੇ ਬਾਲਕ ਵੀ ਸਨ। ਉਹਨਾਂ ਨੂੰ ਜਾ ਕੇ ਮਿਲੇ, ਉਹਨਾਂ ਨੂੰ ਦੱਸਿਆ ਕਿ ਅਸੀਂ ਪੰਡਿਤ ਗਿਆਨਨਾਥ ਦੇ ਪੁੱਤਰ ਹਾਂ। ਉਹਨਾਂ ਨੇ ਆਓ ਭਗਤ ਕੀਤੀ, ਉਹਨਾਂ ਨੂੰ ਨਹਿਲਾਉਣ ਦਾ ਇੰਤਜ਼ਾਮ ਕੀਤਾ, ਖਾਣਾ ਪਾਣੀ ਦਿੱਤਾ, ਉਹਨਾਂ ਨੂੰ ਚੰਗੀ ਉਹਨਾਂ ਦੀ ਸੇਵਾ ਕੀਤੀ। ਉਹਨਾਂ ਨੂੰ ਜਾ ਕੇ ਮਿਲਵਾਇਆ ਵੀ ਉਹਨਾਂ ਨੇ ਗਿਆਨੀ ਸਰਵਾਨੰਦ ਹੋਰਾਂ ਦੇ ਨਾਲ। ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਦੱਸਿਆ ਕਿ ਅਸੀਂ ਇਸ ਤਰ੍ਹਾਂ ਆਏ ਹਾਂ, ਇਸ ਤਰ੍ਹਾਂ ਸਾਡਾ ਪਿਤਾ ਚੱਲ ਵਸਿਆ ਸੀ। ਉਹਨਾਂ ਕਿਹਾ ਕਿ ਚਲੋ ਠੀਕ ਹੈ, ਰਾਤ ਹੋ ਗਈ ਹੈ, ਹੁਣ ਆਰਾਮ ਕਰੋ, ਕੱਲ ਸਵੇਰ ਵੇਲੇ ਮਿਲਦੇ ਹਾਂ। ਸਵੇਰ ਵੇਲੇ ਜਾ ਕੇ ਉਹ ਮਹਾਗਿਆਨੀ ਸਰਵਾਨੰਦ ਦੇ ਕੋਲ ਬੈਠ ਕੇ ਉਹਨਾਂ ਦੀ ਗੱਲਬਾਤ ਵਿਚਾਰ ਵਟਾਂਦਰੇ ਸੁਣੇ। ਉਸ ਉਪਰੰਤ ਕਹਿਣ ਲੱਗੇ ਕਿ ਤੁਸੀਂ ਸਾਡੇ ਪਿਓ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਡੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਕੋਈ ਸਾਨੂੰ ਚੀਜ਼ ਦਿਓਗੇ, ਕੋਈ ਜੰਤਰ ਦਿਓਗੇ। ਹੁਣ ਮਹਾਗਿਆਨੀ ਸਰਵਾਨੰਦ ਉਹ ਵੀ ਬਹੁਤ ਸਮਝ ਵਾਲਾ, ਨਫੀਸ, ਬਹੁਤ ਅਕਲ ਵਾਲਾ ਦਾਨਿਸ਼ਮੰਦ ਸੀ। ਉਹ ਕਹਿਣ ਲੱਗਿਆ ਕਿ ਪੁੱਤਰੋ, ਮੈਂ ਤੁਹਾਨੂੰ ਪੁੱਛਦਾ ਕੀ ਚਾਹੀਦਾ, ਜੋ ਤੁਸੀਂ ਮੰਗੋਗੇ ਮੈਂ ਕੋਸ਼ਿਸ਼ ਕਰਾਂਗਾ ਮੈਂ ਤੁਹਾਡੇ ਅੱਗੇ ਹਾਜ਼ਰ ਕਰ ਸਕਾਂ। ਸਭ ਤੋਂ ਵੱਡਾ ਜਿਹੜਾ ਪੁੱਤਰ ਸੀ ਉਹਨਾਂ ਦਾ ਕਰਮਨ, ਉਹ ਬਹੁਤ ਨੇਕ ਇਨਸਾਨ ਸੀ, ਪ੍ਰਮਾਤਮਾ ਦਾ ਭੈ ਮੰਨਣ ਵਾਲਾ ਸੀ। ਉਸਨੇ ਝੱਟ ਦੇ ਨਹੀਂ ਕਹਿ ਦਿੱਤਾ ਕਿ ਅਸੀਂ ਮੰਗ ਕੇ ਕੁਛ ਨਹੀਂ ਲੈਣਾ, ਸਾਨੂੰ ਜੋ ਤੁਸੀਂ ਦੇ ਦਿਓਗੇ ਸਾਨੂੰ ਮਨਜ਼ੂਰ ਹੈ। ਅਸੀਂ ਮੰਗ ਕੇ ਲਿਆ ਤਾਂ ਫਿਰ ਸਾਡੀ ਜਿਹੜੀ ਹੁਣ ਤੱਕ ਦੀ ਪਰਵਰਿਸ਼ ਹੋਈ ਹੈ ਉਹ ਕਿਸੇ ਕੰਮ ਨਹੀਂ, ਸਾਡੇ ਘਰਦਿਆਂ ਦੇ ਜਿਹੜੇ ਗੁਣ ਨੇ ਉਹ ਫਿਰ ਕਿਸੇ ਕੰਮ ਨਹੀਂ। ਜੋ ਤੁਸੀਂ ਦਿਓਗੇ, ਤੁਸੀਂ ਸਾਡੇ ਤੋਂ ਕਿਤੇ ਵੱਧ ਸਿਆਣੇ ਹੋ, ਤੁਹਾਨੂੰ ਬਹੁਤ ਜ਼ਿਆਦਾ ਗਿਆਨ ਹੈ। ਇਸ ਕਰਕੇ ਹੋ ਸਕਦਾ ਕਿ ਅਸੀਂ ਜਿਹੜੀ ਚੀਜ਼ ਮੰਗੀਏ ਸਾਡੇ ਕੰਮ ਦੀ ਵੀ ਨਾ ਹੋਵੇ, ਪਰ ਤੁਸੀਂ ਜੋ ਸਾਨੂੰ ਦੇ ਦਿਓ ਉਹ ਬਹੁਤੇ ਕੰਮ ਦਾ ਹੋਵੇ। ਹੁਣ ਉਹ ਕਹਿੰਦੇ ਠੀਕ ਹੈ, ਤੁਸੀਂ ਠਹਿਰੋ, ਮੈਂ ਆਪਣੀ ਕੁਟੀਆ ਦੇ ਅੰਦਰੋਂ ਤੁਹਾਡੇ ਕੰਮ ਦੀਆਂ ਚੀਜ਼ਾਂ ਲੈ ਕੇ ਆਉਣਾ। ਗਿਆਨੀ ਸਰਵਾਨੰਦ ਹੋਰੀ ਅੰਦਰ ਨੂੰ ਚਲੇ ਗਿਆ ਤੇ ਇਹ ਤਿੰਨੇ ਭਰਾ ਇਕੱਠੇ ਬੈਠੇ। ਪਰ ਸਭ ਤੋਂ ਛੋਟਾ, ਜਿਹਦੇ ਮਨ ਵਿੱਚ ਕਿਤੇ ਨਾ ਕਿਤੇ ਈਰਖਾ, ਕਿਤੇ ਨਾ ਕਿਤੇ ਬੇਈਮਾਨੀ, ਦਵੈਸ਼, ਲਾਲਚ ਚੱਲ ਰਿਹਾ ਹੁੰਦਾ ਸੀ, ਇਸ ਵੇਲੇ ਉਹ ਆਪਣੇ ਮਨ ਹੀ ਮਨ ਵਿੱਚ ਸਭ ਤੋਂ ਵੱਡੇ ਭਰਾ ਕਰਮਨ ਨੂੰ ਬੁਰਾ ਭਲਾ ਕਹਿ ਰਿਹਾ ਸੀ। ਉਸ ਦੇ ਲਈ ਬਹੁਤ ਮਾੜੇ ਖਿਆਲ ਉਸ ਦੇ ਮਨ ਵਿੱਚ ਆ ਰਹੇ ਸਨ। ਉਹ ਕਹਿਣ ਲੱਗਿਆ ਕਿ ਜਦੋਂ ਮੰਗਣ ਆ ਹੀ ਗਏ ਤੇ ਫਿਰ ਧਨ ਦੌਲਤ ਕਿਉਂ ਨਾ ਮੰਗ ਲਈ, ਸਾਰੀ ਉਮਰ ਗਰੀਬੀ 'ਚ ਕੱਟ ਦਿੱਤੀ ਹੈ ਤੇ ਅੱਜ ਜਦੋਂ ਸਾਡੇ ਪਿਓ ਦੀ ਕੀਤੀ ਇੱਕ ਕਮਾਈ ਸਾਡੇ ਕੰਮ ਆਉਣ ਵਾਲੀ ਸੀ ਤਾਂ ਸਭ ਤੋਂ ਵੱਡੇ ਭਰਾ ਨੇ ਫਿਰ ਬੇੜਾ ਗਰਕ ਕਰ ਦਿੱਤਾ, ਨਾਸ ਕਰ ਦਿੱਤਾ। ਜੇ ਚਾਹੁੰਦਾ ਤੇ ਅੱਜ ਦੌਲਤ ਮੰਗ ਲੈਂਦਾ, ਜੇ ਚਾਹੁੰਦਾ ਹੀਰੇ ਮੰਗ ਲੈਂਦਾ, ਜਵਾਹਰਤ ਮੰਗ ਲੈਂਦਾ। ਇਹ ਕੰਮ ਇਸਨੇ ਮਾੜਾ ਕਰ ਦਿੱਤਾ। ਇਹਨੇ ਨੂੰ ਮਹਾਗਿਆਨੀ ਸਰਵਾਨੰਦ ਆਪਣੀ ਕੁਟੀਆ ਤੋਂ ਬਾਹਰ ਆਏ। ਉਹਨਾਂ ਦੇ ਹੱਥ ਵਿੱਚ 3 ਕਹੀਆਂ ਸਨ। ਉਹਨਾਂ ਨੇ ਇੱਕ ਇੱਕ ਕਹੀ ਤਿੰਨਾਂ ਭਰਾਵਾਂ ਨੂੰ ਦੇ ਦਿੱਤੀ। ਉਹ ਬੜੇ ਹੈਰਾਨ ਹੋਏ, ਕਹਿੰਦੇ ਗਿਆਨੀ ਜੀ ਅਸੀਂ ਇਸ ਦਾ ਕੀ ਕਰਾਂਗੇ, ਇਸ ਦੇ ਨਾਲ ਸਾਡੀ ਇੱਛਾ ਕਿਵੇਂ ਪੂਰੀ ਹੋਏਗੀ। ਤਾਂ ਅੱਗੋਂ ਮਹਾਗਿਆਨੀ ਕਹਿਣ ਲੱਗੇ ਕਿ ਦੇਖੋ ਪੁੱਤਰੋ, ਇਸ ਦੇ ਨਾਲ ਇੱਛਾ ਇਸ ਤਰ੍ਹਾਂ ਪੂਰੀ ਹੋਵੇਗੀ ਕਿ ਆਪਣੇ ਘਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਜਿੱਥੇ ਤੁਸੀਂ ਆਰਾਮ ਕਰਨ ਦੇ ਲਈ ਰਾਹ ਵਿੱਚ ਠਹਿਰੇ, ਉੱਥੇ ਤੁਸੀਂ ਮਿੱਟੀ ਖੋਦਣੀ ਸ਼ੁਰੂ ਕਰ ਦਿਓ, ਟੋਆ ਪੱਟਣਾ ਸ਼ੁਰੂ ਕਰ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਕੋਈ ਚੀਜ਼, ਤੁਹਾਡੀ ਲੋੜੀਂਦੀ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਉਹ ਕਹਿੰਦੇ ਠੀਕ ਹੈ। ਜਦੋਂ ਉਹ ਘਰ ਨੂੰ ਜਾਣ ਲੱਗੇ ਤਾਂ ਇੱਕ ਵਾਰੀ ਮਹਾਗਿਆਨੀ ਸਰਵਾਨੰਦ ਨੇ ਵੀ ਉਹਨਾਂ ਨੂੰ ਤਾੜਨਾ ਕੀਤੀ ਕਿ ਪੁੱਤਰੋ, ਚੀਜ਼ ਜਿਹੜੀ ਵੀ ਤੁਹਾਨੂੰ ਮਿਲਣੀ ਹੈ ਉਹ ਲੈ ਕੇ ਘਰ ਨੂੰ ਚਾਲੇ ਪਾ ਦਿਓ, ਲਾਲਚ ਨਾ ਕਰਿਓ। ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਲਾਲਚ ਕੀਤਾ ਤਾਂ ਉਸ ਦਾ ਸਰਵਨਾਸ਼ ਹੋ ਜਾਵੇਗਾ, ਇਸ ਕਰਕੇ ਲਾਲਚ ਵਿੱਚ ਨਹੀਂ ਪੈਣਾ। ਉਹ ਕਹਿੰਦੇ ਠੀਕ ਹੈ। ਆਪਣੇ ਘਰ ਨੂੰ ਤੁਰ ਪਏ। ਸਵੇਰ ਦਾ ਵੇਲਾ ਸੀ। ਜਦੋਂ ਦੁਪਹਿਰ ਕੁ ਹੋਣ ਲੱਗੀ ਤੇ ਇੱਕ ਥਾਂ ਤੇ ਆਰਾਮ ਕਰਨ ਲੱਗੇ। ਤਿੰਨਾਂ ਨੂੰ ਚਾਹ ਸੀ, ਪਰ ਸਭ ਤੋਂ ਬਹੁਤਾ ਚਾਹ ਅਨੰਤ ਨੂੰ ਸੀ, ਸਭ ਤੋਂ ਛੋਟੇ ਨੂੰ। ਉਸਨੇ ਝੱਟ ਦੇ ਨਾਲ ਉੱਥੇ ਮਿੱਟੀ ਖੋਦਣੀ ਸ਼ੁਰੂ ਕਰ ਦਿੱਤੀ। ਦੂਜੇ ਭਰਾਵਾਂ ਨਾਲ ਗੱਲਬਾਤ ਵੀ ਨਹੀਂ ਕੀਤੀ। ਉਹ ਮਿੱਟੀ ਖੋਦਣ ਲੱਗਾ, ਉਹਦੇ ਵੱਲ ਵੇਖ ਕੇ ਦੂਜਿਆਂ ਨੇ ਵੀ ਕਈਆਂ ਚੱਕ ਲਈਆਂ, ਉਹ ਵੀ ਖੋਦਣ ਲੱਗੇ। ਸਭ ਤੋਂ ਵੱਡਾ ਭਰਾ ਸੀ ਜਿਹੜਾ ਕਰਮਨ, ਉਸਨੂੰ ਇੱਕ ਥੈਲੀ ਮਿਲੀ। ਅਜੇ ਉਸਨੇ ਕੁਛ ਕੁ ਹੀ ਟੱਪੇ ਮਾਰੇ ਸਨ ਤੇ ਉਸ ਨੂੰ ਥੱਲੇ ਇੱਕ ਥੈਲੀ ਮਿਲੀ ਜਿਸ ਦੇ ਵਿੱਚ ਹੀਰੇ ਜਵਾਹਰਾਤ ਸਨ। ਬੜਾ ਖੁਸ਼ ਹੋਇਆ। ਦੋਵਾਂ ਭਰਾਵਾਂ ਨੂੰ ਆਵਾਜ਼ਾਂ ਮਾਰ ਕੇ ਉਸਨੇ ਦੱਸਿਆ ਕਿ ਭਰਾਵੋ, ਮੈਨੂੰ ਮੇਰਾ ਤੋਹਫਾ ਮਿਲ ਗਿਆ ਹੈ, ਮੈਂ ਹੁਣ ਕਹੀ ਪਾਸੇ ਰੱਖ ਰਿਹਾ, ਮੈਂ ਬਹੁਤਾ ਲਾਲਚ ਨਹੀਂ ਕਰਨਾ। ਸਾਰੇ ਬਹੁਤ ਖੁਸ਼ ਹੋਏ। 2 ਕੁ ਟੱਪੇ ਹੋਰ ਮਾਰੇ ਤੇ ਬ੍ਰਿਜ ਨੂੰ ਵੀ ਆਪਣਾ ਉਪਹਾਰ ਮਿਲ ਗਿਆ। ਉਸ ਨੂੰ ਵੀ ਇੱਕ ਥੈਲੀ ਮਿਲੀ ਜਿਸ ਦੇ ਵਿੱਚ ਹੀਰੇ ਜਵਾਹਰਾਤ ਸਨ। ਹੋਰ ਵੀ ਖੁਸ਼ੀ ਦੀ ਲਹਿਰ ਤਿੰਨਾਂ ਭਰਾਵਾਂ ਦੇ ਵਿੱਚ ਫੈਲ ਗਈ। ਹੁਣ ਦੋਵੇਂ ਭਰਾ ਵੱਡੇ ਆਪਸ ਦੇ ਵਿੱਚ ਸਲਾਹ ਮਸ਼ਵਰੇ ਕਰਨ ਲੱਗੇ ਕਿ ਆਪਣੀ ਮਾਂ ਨੇ ਹੁਣ ਤੱਕ ਗਰੀਬੀ ਕੱਟੀ ਹੈ, ਆਪਾਂ ਆਹ ਬਣਾ ਦਿਆਂਗੇ, ਆਹ ਬਣਾਵਾਂਗੇ, ਸਭ ਤੋਂ ਪਹਿਲਾਂ ਆਪਾਂ ਇੱਕ ਘਰ ਬਣਾ ਦਿਆਂਗੇ। ਐਨੇ ਨੂੰ ਅਨੰਤ ਨੂੰ ਵੀ ਇੱਕ ਥੈਲੀ ਲੱਭ ਗਈ। ਉਸਨੇ ਵੀ ਦੋਵਾਂ ਭਰਾਵਾਂ ਨੂੰ ਆਵਾਜ਼ ਮਾਰ ਕੇ ਦੱਸਿਆ ਕਿ ਮੈਨੂੰ ਵੀ ਮੇਰਾ ਉਪਹਾਰ ਮਿਲ ਗਿਆ, ਪਰ ਮੈਨੂੰ ਲੱਗਦਾ ਕਿ ਇਹ ਥੈਲੀਆਂ ਬਹੁਤ ਥੋੜ੍ਹੀਆਂ ਨੇ। ਇਹ ਜਿਹੜੀਆਂ ਕਹੀ ਹੈ ਨਾ, ਜਿਹੜੀ ਆਪਾਂ ਨੂੰ ਮਿਲੀ, ਆਪਾਂ ਤਿੰਨਾਂ ਭਰਾਵਾਂ ਨੂੰ ਇੱਕ ਇੱਕ ਕਹੀ ਮਿਲੀ ਹੈ, ਇਹ ਕਿਤੇ ਵੱਧ ਮੈਨੂੰ ਸ਼ਕਤੀਸ਼ਾਲੀ ਜਾਪਦੀ ਹੈ। ਇਹ ਮਾਇਆ ਵੀ ਹੈ, ਇਹਦੇ ਵਿੱਚ ਬਹੁਤ ਵੱਡੀਆਂ ਸ਼ਕਤੀਆਂ ਨੇ। ਆਪਾਂ ਜੇ ਅੱਜ ਇਸ ਤੋਂ ਸ਼ਕਤੀ ਤੋਂ ਕੰਮ ਨਾ ਲਿਆ ਤੇ ਸਾਡੇ ਵਰਗਾ ਮੂਰਖ ਕੋਈ ਨਹੀਂ। ਦੋਵਾਂ ਵੱਡੇ ਭਰਾਵਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਾਂ ਨੇ ਵੀ ਕਿਹਾ ਸੀ ਤੇ ਗਿਆਨੀ ਜੀ ਨੇ ਵੀ ਕਿਹਾ ਕਿ ਆਪਾਂ ਨੂੰ ਲਾਲਚ ਨਹੀਂ ਕਰਨਾ, ਪਰ ਆਪਾਂ ਲਾਲਚ ਕਰ ਰਹੇ ਹਾਂ। ਉਸਨੇ ਉਹਨਾਂ ਦੀ ਇੱਕ ਨਾ ਸੁਣੀ, ਕਿਉਂਕਿ ਮਨ ਵਿੱਚ ਉਸਦੇ ਬਹੁਤ ਜ਼ਿਆਦਾ ਲਾਲਚ ਸੀ। ਉਹ ਕਹਿੰਦਾ ਕਿ ਪਾਸੇ ਹੋ ਕੇ ਬੈਠ ਜਾਓ, ਮੈਂ ਆਪਣੀ ਕਹੀ ਦੇ ਨਾਲ ਹੀ ਮਿੱਟੀ ਖੋਦ ਰਿਹਾ, ਤੁਹਾਨੂੰ ਮੈਂ ਕੁਛ ਨਹੀਂ ਕਹਿ ਰਿਹਾ।
ਉਸਨੇ ਆਪਣੀ ਜਿਹੜੀ ਥੈਲੀ ਸੀ ਉਹ ਆਪਣੇ ਨੇਫੇ ਦੇ ਨਾਲ ਟੰਗ ਲਈ ਤੇ ਹੋਰ ਟੱਪੇ ਮਾਰਨ ਲੱਗਿਆ। ਬਿਨਾਂ ਪਾਣੀ ਪੀਤਿਆਂ, ਬਿਨਾਂ ਦਮ ਲਿਆਂ ਉਹ ਟੱਪੇ ਮਾਰਦਾ ਗਿਆ ਤੇ ਉਸ ਦਾ ਦਮ ਉਖੜ ਗਿਆ। ਇੱਕਦਮ ਉੱਪਰਲੇ ਸਾਹ ਉੱਪਰ ਤੇ ਹੇਠਾਂ ਵਾਲੇ ਹੇਠਾਂ ਰਹਿ ਗਏ। ਦੋਹਾਂ ਭਰਾਵਾਂ ਨੇ ਭੱਜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਹੁਣ ਤੱਕ ਉਸਦੇ ਪ੍ਰਾਣ ਪਖੇਰੂ ਹੋ ਗਏ ਸੀ। ਉੱਚੀ ਉੱਚੀ ਦੋਵੇਂ ਭਰਾ ਰੋਣ ਲੱਗੇ ਤੇ ਕਹਿਣ ਲੱਗੇ, ਜੇ ਮੰਨ ਲੈਂਦਾ, ਜੇ ਇਹ ਗੱਲ ਤੇਰੇ ਖਾਨੇ ਪਈ ਹੁੰਦੀ ਕਿ ਲਾਲਚ ਬੁਰੀ ਬਲਾ ਹੈ, ਤਾਂ ਸ਼ਾਇਦ ਅੱਜ ਤੂੰ ਵੀ ਸਾਡੇ ਨਾਲ ਜਿਉਂਦਾ ਹੁੰਦਾ। ਹੁਣ ਅਸੀਂ ਕਿਹੜੇ ਮੂੰਹ ਨਾਲ ਜਾ ਕੇ ਮਾਂ ਦੇ ਨਾਲ ਗੱਲਬਾਤ ਕਰਾਂਗੇ? ਇਹ ਉਪਹਾਰ ਕਿਵੇਂ ਜਾ ਕੇ ਅਸੀਂ ਉਹਨਾਂ ਨੂੰ ਦਿਆਂਗੇ? ਕਿਹੜੇ ਹੌਸਲੇ ਨਾਲ ਉਹਨਾਂ ਦੇ ਹੱਥ ਵਿੱਚ ਇਹ ਉਪਹਾਰ ਰੱਖਾਂਗੇ ਜਦੋਂ ਤੂੰ ਹੀ ਸਾਡੇ ਕੋਲ ਨਹੀਂ ਰਿਹਾ? ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਦੱਸਣਾ ਇਹ ਚਾਹੁੰਦਾ ਕਿ ਕਿਸਮਤ ਕਈ ਵਾਰ ਸਾਨੂੰ ਮੌਕਾ ਦਿੰਦੀ ਹੈ, ਪਰ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਬਣੇ ਬਣਾਏ ਮੌਕੇ ਅਸੀਂ ਲਾਲਚ ਵੱਸ ਖੋ ਬੈਠਦੇ ਹਾਂ। ਜਦੋਂ ਵੀ ਸਾਡੇ ਵੱਡੇ ਕੋਈ ਸਾਨੂੰ ਸਿੱਖਿਆ ਦਿੰਦੇ ਨੇ, ਕੋਈ ਸਾਨੂੰ ਤਾੜਨਾ ਕਰਦੇ ਨੇ, ਸਾਨੂੰ ਸਮਝ ਲੈਣੀ ਚਾਹੀਦੀ ਹੈ, ਸਾਨੂੰ ਸਿੱਖ ਲੈਣੀ ਚਾਹੀਦੀ ਉਹ ਚੀਜ਼। ਤੇ ਲਾਲਚ ਤੋਂ ਹਮੇਸ਼ਾ ਕੋਹਾਂ ਦੂਰ ਰਹਿਣਾ ਚਾਹੀਦਾ, ਕਿਉਂਕਿ ਲਾਲਚ ਕਈ ਵਾਰੀ ਛੋਟੇ ਮੋਟੇ ਲਾਲਚ ਵੀ ਬਹੁਤ ਵੱਡੇ ਨੁਕਸਾਨ ਕਰਵਾ ਦਿੰਦੇ ਹਨ।